ਕਿਹੜੀ ਦੁਸ਼ਮਣੀ ਇਹ ਮੋਦੀ ਸਾਹਿਬ ਕੱਢ ਰਹੇ ਆ ਦੇਸ਼ ਨਾਲ ਤੇ ਸਪੈਸ਼ਲੀ ਪੰਜਾਬ ਨਾਲ। ਬਾਰਡਰ ਦੀ ਸਿਕਿਉਰਿਟੀ ਫੋਰਸ ਨੂੰ ਇਹ ਅੰਦਰ 50 ਕਿਲੋਮੀਟਰ ਬਾੜ ਦਿੰਦੇ ਆ ਤਾਂ ਪੰਜਾਬ ਰਹਿ ਕੀ ਜਾਊਗਾ ਜੀ। ਫਿਰ ਸਾਡੇ ਕੋਲ ਇੱਕ ਅੱਧਾ ਜ਼ਿਲ੍ਹਾ ਰਹਿ ਜਾਊਗਾ, ਸਾਰੇ ਜ਼ਿਲ੍ਹੇ ਤਾਂ ਇਹਨਾਂ ਨੇ ਆਪਣੇ ਅੰਡਰ ਕਰ ਲਿਆ। ਇਨਡਾਇਰੈਕਟ ਵੇ ਨਾਲ ਗਵਰਨਰ ਰੂਲ ਹੀ ਸਮਝੋ ਤੁਸੀਂ ਇਹਦੀ ਭਿਆਨਕ ਸਿੱਟੇ ਨਿਕਲ ਸਕਦੇ ਜਿਸ ਦੀ ਜ਼ਿੰਮੇਵਾਰੀ ਮੋਦੀ ਤੇ ਅਮਿਤ ਸ਼ਾਹ ਦੇ ਉੱਪਰ ਪੈਣੀ ਹੈਗੀ। ਉਹ ਆਪਣੀ ਸੀਐਮਸ਼ਿਪ ਪਿੱਛੇ ਇਹੋ ਜਿਹਾ ਕੋਈ ਸਸਤਾ ਸੌਦਾ ਕਰ ਸਕਦੇ ਨੇ ਜਿਹਦੇ ਨਾਲ ਉਹਨਾਂ ਦੀ ਵਿਅਕਤੀਗਤ ਉਹਨਾਂ ਦੇ ਕਰੈਕਟਰ ਦੇ ਉੱਤੇ ਉਂਗਲਾਂ ਉੱਠ ਕੇ ਸਾਰੇ ਲੋਕ ਇਹ ਸੋਚਦੇ ਹੋਣ ਕਿ ਇਹ ਸਾਡੇ ਖਿਲਾਫ ਕਿਉਂ ਹੋ ਗਏ ਨੇ। ਬੀਜੇਪੀ ਦੀ ਸਪੋਰਟ ਕਰਨ ਵਾਲਾ ਜਿਹੜਾ ਇਨਸਾਨ ਹੈ ਉਹ ਆਪਣਾ ਪੰਜਾਬ ਦਾ ਹਤੈਸ਼ੀ ਨਹੀਂ ਹੋ ਸਕਦਾ, ਪੰਜਾਬ ਦੇ ਕਿਸਾਨ ਮੋਰਚਾ ਦਾ ਹਤੈਸ਼ੀ ਨਹੀਂ ਹੋ ਸਕਦਾ। ਡਿਕਟੇਟਰਾਂ ਤਰੀਕੇ ਨਾਲ ਫੌਜੀ ਰਾਜ ਲਿਆਉਣਾ ਚਾਹੁੰਦੇ ਨੇਗੇ, ਐਮਰਜੈਂਸੀ ਲਾਉਣਾ ਚਾਹੁੰਦੇ ਨੇਗੇ, ਗਵਰਨਰ ਰੂਲ ਲਾਉਣਾ ਚਾਹੁੰਦੇ ਨੇ। ਇਹ ਤੋਂ ਕਿੰਨੇ ਸਵਾਲ ਨਿਕਲਦੇ ਆ ਔਰ ਇਹ ਸਾਰੀਆਂ ਚੀਜ਼ਾਂ ਜਿਵੇਂ ਕਹਿੰਦੇ ਨੇ ਇੱਕ ਵਾਕਈ ਹਾਰਿਆ ਹੋਇਆ ਜਵਾਰੀਆ ਇਹ ਜਿਹੀ ਖੇਡ ਖੇਡਦਾ ਹੁੰਦਾ ਹੈ। ਪਾਵਰਸ ਇਹਨਾਂ ਨੂੰ ਅੱਗੇ ਦੇਤੀਆਂ, ਫੜੋ ਕਰੋ। ਇਹ ਕਿਸੇ ਵੀ ਇਸ ਦੀ ਆੜ ਦੇ ਵਿੱਚ ਮਿਸਯੂਜ਼ ਹੋ ਸਕਦੀ ਹੈ ਪਾਵਰ, ਔਰ ਮੈਂ ਸਮਝਦੀ ਹਾਂ ਮੋਦੀ ਜੀ ਵੀ ਆਪਣੀ ਪਾਵਰ ਮਿਸਯੂਜ਼ ਕਰ ਰਹੇ ਨੇ। ਕੇਂਦਰ ਸਰਕਾਰ ਵੱਲੋਂ ਇੱਕ ਨਵੀਂ ਨੋਟੀਫਿਕੇਸ਼ਨ ਜਾਰੀ ਕੀਤੀ ਗਈ ਹੈ। BSF ਦਾ ਅਧਿਕਾਰ ਖੇਤਰ ਵਧਾਇਆ ਗਿਆ, ਉਹਨਾਂ ਨੂੰ ਵੱਧ ਤਾਕਤਾਂ ਦਿੱਤੀਆਂ ਗਈਆਂ ਤੇ ਇਸ ਨੂੰ ਕਾਂਗਰਸ ਪਾਰਟੀ ਕਹਿ ਰਹੀ ਹੈ ਵੀ ਸੰਘੀ ਢਾਂਚੇ ਉੱਤੇ ਖਤਰਾ ਹੈ, ਸੰਘੀ ਢਾਂਚੇ ਨੂੰ ਖਤਰਾ ਹੈ ਇਸ ਨਵੀਂ ਨੋਟੀਫਿਕੇਸ਼ਨ ਨਾਲ, ਕਿਉਂਕਿ ਪੰਜਾਬ ਜੋ ਕਿ ਪਹਿਲਾਂ ਵੀ ਇਹਦੇ 84 ਜਿਹਨੇ ਸੰਤਾਪ ਭੋਗ ਗਿਆ ਤੇ ਹੁਣ ਵੀ ਉਹਦੇ ਕਾਫੀ ਜਿਹੜੇ ਜ਼ਿਲ੍ਹੇ ਨੇ ਉਹ ਇੱਕ ਤਰ੍ਹਾਂ ਤੋਂ ਪੈਰਾਮਿਲਟਰੀ ਦੇ ਅੰਡਰ ਆ ਜਾਂਦੇ ਨੇ, ਖਾਸ ਕਰਕੇ ਅੰਮ੍ਰਿਤਸਰ, ਤਰਨਤਾਰਨ ਤੇ ਹੋਰ ਵੀ ਜ਼ਿਲ੍ਹੇ। ਤੇ ਸਾਡੇ ਨਾਲ ਮੌਜੂਦ ਨੇ ਪੰਜਾਬ ਦੇ ਸਾਬਕਾ CM ਰਜਿੰਦਰ ਕੌਰ ਭੱਠਲ ਜੀ, ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੇ ਜਾਣਦੇ ਹਾਂ ਵੀ ਇਹ ਜਿਹੜਾ ਫੈਸਲਾ ਨਵਾਂ ਕਾਨੂੰਨ ਜਾਂ ਨੋਟੀਫਿਕੇਸ਼ਨ ਕੀਤਾ ਗਿਆ ਕੇਂਦਰ ਸਰਕਾਰ ਵੱਲੋਂ ਉਹਨੂੰ ਕਿਵੇਂ ਦੇਖਦੇ ਨੇ। ਮੈਮ, ਨਵਾਂ ਨੋਟੀਫਿਕੇਸ਼ਨ ਜਾਰੀ ਹੋਇਆ, BSF ਨੂੰ 50 ਕਿਲੋਮੀਟਰ ਤੱਕ ਇਨਵੈਸਟੀਗੇਸ਼ਨ ਪਰਚਾ ਦਰਜ ਕਰਨ ਦੀ ਤਾਕਤ ਦਿੱਤੀ ਹੈ, ਭਾਲ ਦੀ ਵੀ, ਪੁੱਛਗਿੱਛ ਕਰਨ ਦੀ ਵੀ, ਕਿਵੇਂ ਦੇਖਦੇ? ਅਤਿਅੰਤ ਮਾੜਾ ਹੈ, ਪੂਰੀ ਤਰ੍ਹਾਂ ਨਿੰਦਿਆ ਕਰਦੇ ਹਾਂ ਔਰ ਫੌਰੀ ਤੌਰ ਤੇ ਇਹ ਫੈਸਲਾ ਵਾਪਸ ਲਿਆ ਜਾਣਾ ਚਾਹੀਦਾ ਹੈ। ਮੋਦੀ ਸਾਹਿਬ ਦੀ ਸਰਕਾਰ ਨੂੰ ਜਾਂ ਅਮਿਤ ਸ਼ਾਹ ਤੇ ਮੋਦੀ ਜੋੜੀ ਜਿਹੜੀ ਹੈਗੀ ਹੈ ਇਹ ਮੈਨੂੰ ਲੱਗਦਾ ਹੈ ਕਿ ਆਪਦੀ ਡੁੱਬੀ ਹੋਈ ਬੇੜੀ ਦਾ ਜਾਂ ਆਪਦੀ ਹਾਰੀ ਹੋਈ ਗੇਮ ਦਾ ਬਦਲਾ ਲੈਣ ਲਈ ਅੱਜ ਹੁਣ ਇਹੋ ਜਿਹੇ ਹੱਥ ਕੰਡੇ ਵਰਤ ਰਹੇ ਹੈ ਜਿਹੜੇ ਇਹਨਾਂ ਨੂੰ ਉਲਟੇ ਪੈਣੇ ਹੈਗੇ ਨੇ। ਇਹਨੂੰ ਕਿਸੇ ਵੀ ਕੀਮਤ ਤੇ ਜਾਇਜ਼ ਨਹੀਂ ਠਹਿਰਾਇਆ ਜਾ ਸਕਦਾ ਤੇ ਇਹਦੇ ਨਾਲ ਇੱਕ ਚੰਗੀ ਡੈਮੋਕ੍ਰੈਟਿਕ ਤੌਰ ਤੇ ਸਾਡੀ ਜਿਹੜੀ ਲੋਕਤੰਤਰਿਕ ਤਰੀਕੇ ਦੇ ਤੌਰ ਤੇ ਸਾਡੀ ਸਟੇਟ ਦੀ ਸਰਕਾਰ ਚਲਾ ਰਹੀ ਹੈ ਉਹਦੇ ਉੱਤੇ ਇੱਕ ਡਿਕਟੇਟਰਾਂ ਤਰੀਕੇ ਨਾਲ ਫੌਜੀ ਰਾਜ ਲਿਆਉਣਾ ਚਾਹੁੰਦੇ ਨੇਗੇ, ਐਮਰਜੈਂਸੀ ਲਾਉਣਾ ਚਾਹੁੰਦੇ ਨੇਗੇ, ਗਵਰਨਰ ਰੂਲ ਲਾਉਣਾ ਚਾਹੁੰਦੇ ਨੇ। ਇਹ ਤੋਂ ਕਿੰਨੇ ਸਵਾਲ ਨਿਕਲਦੇ ਆ ਔਰ ਇਹ ਸਾਰੀਆਂ ਚੀਜ਼ਾਂ ਜਿਵੇਂ ਕਹਿੰਦੇ ਨੇ ਇੱਕ ਵਾਕਈ ਹਾਰਿਆ ਹੋਇਆ ਜਵਾਰੀਆ ਇਹ ਜਿਹੀ ਖੇਡ ਖੇਡਦਾ ਹੁੰਦਾ ਹੈ। ਇਹ ਹੁਣ ਇਹ ਜਿਹੀ ਹੱਥ ਕੰਡੇ ਵਰਤਣ ਵਾਸਤੇ ਆਏ ਨੇ ਜਿਹਦੀ ਅਸੀਂ ਸਾਡਾ ਪੰਜਾਬ ਬਿਲਕੁਲ ਨਹੀਂ ਲੌਕ ਕਰੂਗਾ, ਨਾ ਅਸੀਂ ਇਹਨੂੰ ਮੰਨਾਂਗੇ, ਨਾ ਅਸੀਂ ਚਾਹਾਂਗੇ। ਅਸੀਂ ਡਟ ਕੇ ਨਿੰਦਿਆ ਕਰਦੇ ਹਾਂ, ਫੌਰੀ ਤੌਰ ਤੇ ਵਾਪਸ ਲੈਣ। ਇਹਦੀ ਭਿਆਨਕ ਸਿੱਟੇ ਨਿਕਲ ਸਕਦੇ ਜਿਸ ਦੀ ਜ਼ਿੰਮੇਵਾਰੀ ਮੋਦੀ ਤੇ ਅਮਿਤ ਸ਼ਾਹ ਦੇ ਉੱਪਰ ਪੈਣੀ ਹੈਗੀ ਹੈ। ਜਿਸ ਤਰ੍ਹਾਂ ਤੁਸੀਂ ਕਿਹਾ ਭਿਆਨਕ ਸਿੱਟੇ ਨਿਕਲ ਸਕਦੇ, ਇੱਕ ਤਰ੍ਹਾਂ ਜਦੋਂ ਨੋਟੀਫਿਕੇਸ਼ਨ ਆਈ ਹੈ ਫਿਰ ਸਿਆਸੀ ਇਹ ਮੁੱਦਾ ਬਹੁਤ ਭਖ ਗਿਆ ਹੈਗਾ ਪੰਜਾਬ ਦੇ ਅੰਦਰ ਤੇ ਪੰਜਾਬ ਦੇ ਲੋਕਾਂ ਦੀ ਪਰਸੈਪਸ਼ਨ ਇਹ ਜਾ ਰਹੀ ਕਿਤੇ ਨਾ ਕਿਤੇ ਕੇਂਦਰ ਨੂੰ ਦਬਾਉਣ ਦੀ ਕੋਸ਼ਿਸ਼ ਕਰ ਰਿਹਾ ਪੰਜਾਬ ਦੇ ਲੋਕਾਂ ਨੂੰ, ਤਾਂ ਇਹਦਾ ਖਾਮਿਆਜਾ ਕੀ ਹੋ ਸਕਦਾ ਹੈ? ਕਿੰਨੀ ਕੁ ਮਾੜੀ ਗੱਲ ਹੈ ਪੰਜਾਬ ਦੇ ਲੋਕਾਂ ਵਾਸਤੇ, ਕੇਂਦਰ ਸਰਕਾਰ ਵਾਸਤੇ? ਮੈਂ ਇਹੀ ਕਹਿ ਰਹੀ ਹਾਂ ਕਿ ਪਤਾ ਨਹੀਂ ਕਿਹੜੀ ਦੁਸ਼ਮਣੀ ਇਹ ਮੋਦੀ ਸਾਹਿਬ ਕੱਢ ਰਹੇ ਆ ਦੇਸ਼ ਨਾਲ ਤੇ ਸਪੈਸ਼ਲੀ ਪੰਜਾਬ ਨਾਲ। ਅੱਜ ਇਹ ਭਿਆਨਕ ਸਿੱਟੇ ਜਿਹੜਾ ਆਪਾਂ ਕਹਿੰਦੇ ਆ, ਮੈਂ ਵੀ ਕਿਹਾ ਜਾਂ ਲੋਕ ਵੀ ਕਹਿੰਦੇ ਸਮਝਦੇ ਆ ਜਾਂ ਡਰਾਉਣ ਦੀ ਕੋਸ਼ਿਸ਼ ਕੀਤੀ ਜਾਂਦੀ ਆਪਾਂ ਕਹਿੰਦੇ ਆ, ਇਹਨਾਂ ਨੂੰ ਚੁਭਦਾ ਹੈ ਕਿ ਜਿਹੜਾ ਕਿਸਾਨ ਅੰਦੋਲਨ, 3 ਕਾਲੇ ਕਾਨੂੰਨ ਜਿਹੜੇ ਇਹਨਾਂ ਨੇ ਕਾਰਪੋਰੇਟ ਘਰਾਣਿਆਂ ਦੇ ਹੱਥ ਠੋਕੇ ਬਣ ਕੇ ਲਏ ਸੀ, ਸਾਡੇ ਦੇਸ਼ ਨੂੰ ਵੇਚਣ ਦਾ ਇੱਕ ਪਲਾਨ ਬਣਾਈ ਸੀ, ਇਹਨੂੰ ਮੈਂ ਕਾਲੇ ਅੰਗਰੇਜ਼ ਕਹਿੰਦੀ ਆ। ਮੋਦੀ ਸਾਹਿਬ ਨੂੰ, ਇਹਨੂੰ ਅਮਿਤ ਸ਼ਾਹ ਨੂੰ ਕਾਲੇ ਅੰਗਰੇਜ਼। ਔਰ ਜਿਹੜੀ ਈਸਟ ਇੰਡੀਆ ਕੰਪਨੀ ਗੋਰੇ ਅੰਗਰੇਜ਼ਾਂ ਨੇ ਬਣਾਈ ਸੀ, ਇਹਨਾਂ ਕਾਲੇ ਅੰਗਰੇਜ਼ਾਂ ਨੇ ਬਣਾਈ ਹੈਗੀ ਹੈ ਅਮਿਤ ਸ਼ਾਹ, ਮੋਦੀ ਪਲੱਸ ਉਹ ਕਾਰਪੋਰੇਟਸ। ਇਹ ਸਾਰੇ ਦੇਸ਼ ਨੂੰ ਵੇਚਣਾ ਚਾਹੁੰਦੇ ਆ। ਇਹਨਾਂ ਸਭ ਤੋਂ ਪਹਿਲਾਂ ਜਿਹੜਾ ਸ਼ੁਰੂਆਤ ਹੈ ਇਹ ਪਹਿਲਾ ਅਟੈਕ ਨਹੀਂ ਹੈ ਸਾਡੇ ਤੇ। ਪਹਿਲਾ ਅਟੈਕ ਕੀਤਾ ਜਦੋਂ ਇਹਨਾਂ ਨੇ ਨੋਟਬੰਦੀ ਇੱਕਦਮ ਕਰਕੇ ਲੋਕਾਂ ਦਾ, ਗਰੀਬ ਗੋਪਰੇ ਸਾਰੇ ਲੋਕਾਂ ਸਾਡੀ ਆਰਥਿਕਤਾ ਸੱਟ ਮਾਰ ਕੇ, ਚਾਰ ਉਹ ਗਰੀਬ ਅਮੀਰ ਆਦਮੀਆਂ ਦੇ ਪਾਤੇ ਉਹਨਾਂ ਨੇ ਖਜ਼ਾਨੇ 'ਚ ਪੈਸੇ, ਬੈਂਕਾਂ 'ਚ ਰਾਹੀਂ ਕਰਕੇ ਸਾਡੇ ਲੋਕਾਂ ਦੀ ਜੇਬਾਂ ਖਾਲੀ ਕਰਾਤੀਆਂ। ਆਰਥਿਕ ਸੱਟ ਪਹਿਲਾਂ ਉਹ ਮਾਰੀ, ਦੂਜੀ ਫਿਰ ਇਹਨਾਂ ਨੇ GST ਦੀ ਸੱਟ ਮਾਰੀ, ਉੱਥੋਂ ਵੀ ਇਹਨਾਂ ਦਾ ਮਨ ਨਹੀਂ ਭਰਿਆ। ਫਿਰ ਆ ਕਿਸਾਨ ਅੰਦੋਲਨ 'ਚ ਬਿਨਾਂ ਮੰਗੇ, ਕਿਸੇ ਨੇ ਡਿਮਾਂਡ ਨਹੀਂ ਕੀਤੀ, ਕਿਸੇ ਨੇ ਰਿਕਮੈਂਡ ਨਹੀਂ ਕੀਤਾ, ਕਿਸੇ ਨੇ ਕੁਝ ਕਿਹਾ ਨਹੀਂ ਔਰ ਕਿਸੇ ਨਾਲ ਡਿਸਕਸ਼ਨ ਨਹੀਂ ਕੀਤੀ ਗਈ, ਪੁੱਛਿਆ ਨਹੀਂ ਗਿਆ। ਇਹ 3 ਕਾਲੇ ਕਾਨੂੰਨ ਜਿਹੜਾ ਸਾਲ ਤੋਂ ਵੱਧ ਸਮਾਂ ਹੋ ਗਿਆ, ਕਿੰਨੇ ਕਿਸਾਨ ਬੈਠੇ ਨੇ ਇਹਦੀ ਰੰਜਿਸ਼ ਦੇ ਵਿੱਚ, ਕਿਉਂਕਿ ਸਾਰੇ ਦੇਸ਼ ਦੇ ਵਿੱਚ ਤੇ ਇੰਟਰਨੈਸ਼ਨਲੀ ਫੈਲ ਗਿਆ। ਇਹਨਾਂ ਦੀ ਹੁਣ ਫਿੱਟ ਲਾਹਣਤ ਜਿਹੜੀ ਕਿ ਸਾਰੀ ਦੁਨੀਆ ਵਿੱਚ ਹੋ ਰਹੀ ਹੈ ਮੋਦੀ ਸਾਹਿਬ ਦੀ ਸਰਕਾਰ ਦੀ। ਇਸੇ ਕਰਕੇ ਉਹਦੇ ਵਿੱਚ ਜਾ ਕੇ ਇਹਨਾਂ ਨੇ ਅਗਲਾ ਜਿਹੜਾ ਸਟੈਪ ਸੀ, ਫੇਰ ਨਹੀਂ ਉੱਥੋਂ ਰੱਜੇ, ਉੱਥੇ ਲਖੀਮਪੁਰ ਜਾ ਕੇ ਕੀਤਾ। ਨਿਹੱਥੇ ਸਾਡੇ ਲੋਕਾਂ ਦੇ ਉੱਪਰ ਗੱਡੀਆਂ ਚੜਾ ਕੇ ਸ਼ਰੇਆਮ
ਜਿਹਨੂੰ ਕਹਿੰਦੇ ਮਾੜੀ ਮੋਟੀ ਹਯਾ ਹੀ ਨਹੀਂ ਰੱਖੀ, ਮਾੜੀ ਮੋਟੀ ਵੀ ਇਹਨਾਂ ਦੀ ਹਿਊਮੈਨਿਟੀ ਨਹੀਂ ਸੀ, ਉੱਥੇ ਅਜੇ ਉਹ ਠੰਡਾ ਨਹੀਂ ਹੋਇਆ ਕਾਂਡ। ਤੇ ਹੁਣ ਇਹਨਾਂ ਨੇ ਆ BSF ਵਾਲਾ ਜਿਵੇਂ ਕਹਿੰਦੇ ਆਖਰੀ ਹਥਿਆਰ ਹੁਣ ਆ ਚੱਕ ਲਿਆ ਕਿ ਇੱਥੇ ਡਰਾਈਏ। ਤੇ ਇਸ ਲਈ ਮੈਂ ਸਮਝਦੀ ਹਾਂ ਕਿ ਇਹ ਜਿਹੜੀ ਦੁਸ਼ਮਣੀ ਕੱਢ ਰਹੇ ਨੇ ਜਾਂ ਕਿਹਦੇ ਨਾਲ ਦੋਸਤੀ ਪਾਲ ਰਹੇ ਹੈ ਜਾਂ ਕੀ ਇਹਨਾਂ ਦਾ ਇੰਟਰਸਟ ਹੈਗਾ, ਤੇ ਇਹ ਅਤਿਅੰਤ ਮਾੜਾ ਨਿੰਦਣਯੋਗ ਹੈ। ਇਹ ਪੰਜਾਬ ਦੀ ਸਾਡੀ ਸਟੇਟ ਹੈਗੀ ਹੈ ਔਰ ਪੰਜਾਬ ਦੀ ਸਟੇਟ ਨੇ ਬਹੁਤ ਦੁੱਖ ਹੰਢਾਏ ਨੇ। ਮੁਸ਼ਕਲ ਦੇ ਨਾਲ ਅਸੀਂ ਪੇਟ ਭਰਨ ਵਾਸਤੇ ਅਨਾਜ ਪੈਦਾ ਕਰਦੇ ਹਾਂ, ਬਾਰਡਰ ਤੇ ਸਾਡੀਆਂ ਫੌਜਾਂ ਜਾਂਦੀਆਂ ਸਾਨੂੰ ਦੇਸ਼ ਤੋਂ ਬਚਾਉਂਦੀਆਂ, ਤੇ ਅੱਜ ਇਹ ਉਹਨਾਂ ਨੂੰ ਬਾਰਡਰ ਤੋਂ ਹਟਾ ਕੇ ਜਿੱਥੇ ਦੇਖਣਾ BSF ਨੇ ਬਾਰਡਰ ਦੀ ਸਿਕਿਉਰਿਟੀ ਫੋਰਸ ਗਿਣੀ ਜਾਂਦੀ ਹੈ, ਉਸ ਬਾਰਡਰ ਦੀ ਸਿਕਿਉਰਿਟੀ ਫੋਰਸ ਨੂੰ ਇਹ 50-50 ਜਿਹੜੇ ਕਹਿੰਦੇ 4-5 ਥਾਵਾਂ 6 ਥਾਵਾਂ ਤੇ ਅੰਦਰ 50-50 ਕਿਲੋਮੀਟਰ ਬਾੜ ਦਿੰਦੇ ਆ, ਤਾਂ ਪੰਜਾਬ ਰਹਿ ਕੀ ਜਾਊਗਾ ਜੀ? ਫਿਰ ਸਾਡੇ ਕੋਲ ਇੱਕ ਅੱਧਾ ਜ਼ਿਲ੍ਹਾ ਰਹਿ ਜਾਊਗਾ, ਸਾਰੇ ਜ਼ਿਲ੍ਹੇ ਤਾਂ ਇਹਨਾਂ ਨੇ ਆਪਣੇ ਅੰਡਰ ਕਰ ਲਿਆ। ਇਨਡਾਇਰੈਕਟ ਵੇ ਨਾਲ ਗਵਰਨਰ ਰੂਲ ਹੀ ਸਮਝੋ ਤੁਸੀਂ ਇਹ ਕਿ ਇਹ ਫੌਜ ਦੇ ਅੰਡਰ, ਫੌਜ ਕਿਹਦੀ ਹੈ? ਉੱਥੇ ਸਾਡੇ ਫੌਜੀ ਰੱਖਿਆ ਮੰਤਰੀ ਜਾਂ ਅਮਿਤ ਸ਼ਾਹ ਦੀ ਚੱਲਦੀ ਹੈ ਜਾਂ ਮੋਦੀ ਦੇ ਨਾਲ ਚੱਲਦੀ ਹੈ, ਜਿਹੜੇ ਕਿਉਂਕਿ ਹੋਮ ਮਿਨਿਸਟਰ ਹੈਗੇ ਨੇ, ਪ੍ਰਾਈਮ ਮਿਨਿਸਟਰ ਹੈਗੇ ਨੇ। ਸੋ ਇਹ ਇਨਡਾਇਰੈਕਟ ਵੇ ਦੇ ਨਾਲ ਇਹ ਸਾਡੇ ਨਾਲ ਬਦਲਾ ਲੈ ਰਹੇ ਆ, ਦੁਸ਼ਮਣੀ ਕੱਢ ਰਹੇ ਆ ਸਾਡੇ ਤੇ, ਇਹਨਾਂ ਨੇ ਧੱਕਾ ਕੀਤਾ ਹੈਗਾ, ਜਿਹਦੇ ਨਾਲ ਮੈਂ ਸਮਝਦੀ ਹਾਂ ਕਿ ਇਹ ਇੱਕ ਇਨਸਾਨੀਅਤ ਤਾਂ ਬਹੁਤ ਦੂਰ ਦੀ ਗੱਲ ਹੁੰਦੀ, ਤਾਂ ਲਫ਼ਜ਼ ਬਹੁਤ ਸੌਫਟ ਹੈਗਾ, ਇੱਕ ਗਿਰੀ ਹਰਕਤ ਹੈ। ਅੱਜ ਪੂਰੀ ਤਰ੍ਹਾਂ ਨਾਲ ਇਹਨਾਂ ਨੇ ਸਾਬਤ ਕਰਤਾ ਕਿ ਇਹ ਦੇਸ਼ ਦੇ ਖਿਲਾਫ ਨੇ, ਪੰਜਾਬ ਦੇ ਖਿਲਾਫ ਨੇ, ਪੰਜਾਬ ਨੂੰ ਡਰਾਉਂਦੇ ਆ, ਪੰਜਾਬ ਦੇ ਸਾਡੇ ਹੱਕ ਖੋਹਦੇ ਆ, ਸਾਡੇ ਹੱਕਾਂ ਨੂੰ ਖੋਹ ਕੇ ਇੱਥੇ ਇਹਨਾਂ ਦੇ ਉੱਤੇ ਆਪਣਾ ਕੌਮੀ ਆਪਣਾ ਦਿੱਲੀ ਦਾ ਜਿਵੇਂ ਆਪਾਂ ਕਹਿੰਦੇ ਆ ਉੱਥੇ ਸ਼ਾਸਨ ਕਰਨਾ ਚਾਹੁੰਦੇ ਹੈਗੇ ਨੇ। ਨਿੰਦਣਯੋਗ ਹੈ, ਇਹਨੂੰ ਫੌਰੀ ਵਾਪਸ ਲੈਣਾ ਸੀ। ਪੰਜਾਬ ਵਾਲੇ ਮੰਨਣ ਵਾਲੇ ਨਹੀਂ, ਸਾਰੀਆਂ ਪਾਰਟੀਆਂ ਨਿੰਦਿਆ ਕਰ ਰਹੀਆਂ। ਪੰਜਾਬ ਦੀ ਸਰਕਾਰ ਚੰਨੀ ਜੀ ਜਿਹੜੇ ਕਹਿੰਦੇ ਜੋ ਸਰਕਾਰ ਨੇ ਮੰਗਿਆ ਹੀ ਨਹੀਂ, ਮੰਨਿਆ ਹੀ ਨਹੀਂ, ਉਹਨਾਂ ਨੇ ਕਿਹਾ ਕਿ ਤੁਸੀਂ ਆਪਣਾ ਬਾਰਡਰ ਸਟਰੋਂਗ ਕਰੋ। ਜੇ ਤੁਹਾਡਾ ਬਾਰਡਰ ਲੂਜ਼ ਹੈ, ਢਿੱਲਾ ਹੈ, ਤਾਂ ਹੀ ਉੱਥੋਂ ਹਥਿਆਰ ਆਉਂਦੇ ਆ ਨਾ, ਉੱਤੋਂ ਦੀ ਉੱਡ ਕੇ ਤਾਂ ਆ ਨਹੀਂ ਰਹੇ, ਤਾਂ ਹੀ ਸਾਡੇ ਆਪਣੇ ਨਸ਼ੇ ਉੱਥੋਂ ਆਉਂਦੇ ਆ ਨਾ। ਸਾਡੀ ਪੁਲਿਸ ਨੇ ਕਿੰਨੇ ਫੜੇ ਨੇ? ਸਾਡੀ ਪੁਲਿਸ ਨੇ ਸਾਰਾ ਕੁਝ ਫੜ ਕੇ ਮੂੰਹ ਤੋੜਵਾ ਜਵਾਬ ਦਿੱਤਾ ਹੈ। ਇਹ ਬਾਰਡਰ ਸਿਕਿਉਰਿਟੀ ਫੋਰਸ ਨੂੰ ਮਿਸਯੂਜ਼ ਨਾ ਕਰਨ, ਉਹਦੇ ਤੇ ਸਿਆਸਤ ਨਾ ਕਰਨ। ਸਿਆਸਤ ਅਸੀਂ ਨਹੀਂ ਕਰ ਰਹੇ ਪੰਜਾਬ ਦੇ ਲੋਕ, ਇਹਦੇ ਤੇ ਸਿਆਸਤ ਕਰ ਰਹੇ ਹੈਗਾ ਮੋਦੀ ਸਾਹਿਬ ਔਰ ਜਾਂ ਉਹਨਾਂ ਦੇ ਕੋਈ ਹਮਾਇਤੀ ਸਿਆਸਤ ਕਰਕੇ BSF ਨੂੰ ਵਰਤ ਕੇ ਟੇਢੇ ਤਰੀਕੇ ਨਾਲ ਆ ਕੇ ਪੰਜਾਬ ਨੂੰ ਕਮਜ਼ੋਰ ਕਰਨਾ ਚਾਹੁੰਦੇ ਨੇ ਔਰ ਇੱਥੇ ਆਪਣਾ ਕਬਜ਼ਾ ਕਰਨਾ ਚਾਹੁੰਦੇ, ਜਿਹੜਾ ਕਦੇ ਕਿਸੇ ਕੀਮਤ ਤੇ ਹੋਣ ਨਹੀਂ ਦਿੱਤਾ ਜਾਊਗਾ। ਹਮੈਤੀ ਦੀ ਗੱਲ ਕੀਤੀ, ਇਸ ਡਿਸੀਜਨ ਉੱਤੇ ਸਾਰੀ ਪਾਰਟੀਆਂ ਨੇ ਵਿਰੋਧ ਕੀਤਾ ਹੈ, ਚਾਹੇ ਅਕਾਲੀ ਦਲ ਹੋਵੇ, ਆਮ ਆਦਮੀ ਪਾਰਟੀ ਹੋਵੇ, ਕਾਂਗਰਸ ਹੋਵੇ, ਪਰ ਕਾਂਗਰਸ ਦੇ ਸਾਬਕਾ ਜਿਹੜੇ CM ਨੇ ਕੈਪਟਨ ਅਮਰਿੰਦਰ ਸਿੰਘ, ਉਹਨਾਂ ਨੇ ਹਮਾਇਤ ਕੀਤੀ ਹੈ। ਉਹਨਾਂ ਨੇ ਕਿਹਾ ਇਹ ਗੱਲ ਹੋਣੀ ਚਾਹੀਦੀ ਹੈ, ਪੰਜਾਬ ਲਈ ਲਾਭਦਾਇਕ ਹੈ ਤੇ ਇਹ ਪੰਜਾਬ ਵਾਸਤੇ ਇੱਕ ਵਧੀਆ ਗੱਲ ਹੈ। ਇਹ ਅਨਫਾਰਚੂਨੇਟ ਹੈਗਾ, ਬਹੁਤ ਵੱਡਾ, ਮੈਨੂੰ ਬੜਾ ਸ਼ੌਕ ਹੋਇਆ, ਦੁੱਖ ਦੇ ਸੱਟ ਵੱਜੀ ਦਿਲ ਦੇ ਉੱਤੇ ਕਿ ਇੱਕ ਸਾਬਕਾ CM ਇੰਨੇ 9.5 ਸਾਲ ਤੋਂ ਚੀਫ ਮਿਨਿਸਟਰੀ ਕੀਤੀ ਹੈ ਤੇ ਅੱਜ ਉਸ ਕਾਂਗਰਸ ਪਾਰਟੀ ਦੀ ਸੋਚ ਦੇ ਖਿਲਾਫ ਜਾ ਕੇ ਉਹ ਇਸ ਤਰ੍ਹਾਂ ਦੀ ਗੱਲ ਕਰ ਰਹੇ ਨੇਗੇ। ਮੈਂ ਵੀ ਪੜ੍ਹਿਆ ਦੇਖਿਆ, ਤੇ ਜੇ ਇੰਨੀ ਵਧੀਆ ਸੀ, ਇੰਨੀ ਚੰਗੀ ਹੈ, ਇਹਦਾ ਫਾਇਦਾ ਹੋਣਾ ਸੀ ਤਾਂ ਫਿਰ ਇਹ 4.5 ਸਾਲ ਪਹਿਲਾਂ ਹੀ ਕਰਾ ਲੈਣੀ ਸੀ ਇਹਨਾਂ ਨੇ। ਅੱਜ ਜਦੋਂ ਸਰਕਾਰ ਦੇ ਵਿੱਚ ਚੀਫ ਮਿਨਿਸਟਰ ਨਹੀਂ, ਉਦੋਂ ਬਾਅਦ ਕਿਉਂ ਕਰਾਇਆ ਜਾ ਰਿਹਾ ਹੈ? ਔਰ ਜਿਹਨੂੰ ਸਾਰਾ ਪਾਰਟੀਆਂ ਸਾਡੀਆਂ ਕਹਿ ਰਹੀਆਂ ਹੈਗੀਆਂ ਕਿ ਮਾੜਾ ਹੈ, ਤੇ ਸਿਰਫ ਇਕੱਲੇ ਕੈਪਟਨ ਸਾਹਿਬ ਦਾ ਇਹ ਕਹਿਣਾ ਕਿ ਇਹ ਬਹੁਤ ਅੱਛਾ ਹੈ, ਆਪਾਂ ਕਿਹਦੀ ਬੋਲੀ ਬੋਲਦੇ ਹਾਂ? ਇਹ ਤਾਂ BJP ਦੇ ਲੀਡਰ ਤਾਂ ਬੋਲਣ, ਲੇਕਿਨ ਜਿਹੜੇ BJP ਨੇ ਸਾਡੇ ਪੰਜਾਬ ਦੇ ਕਿਸਾਨ ਨੂੰ, ਦੇਸ਼ ਦੇ ਕਿਸਾਨ ਨੂੰ ਰੋਲਿਆ, ਬੱਸਾਂ ਥੱਲੇ ਲਤੜਿਆ, ਮਾਰਿਆ, ਮੌਤਾਂ ਹੋਈਆਂ, ਅੱਜ ਅਸੀਂ ਉਸ ਸਰਕਾਰ ਦੇ ਫੈਸਲੇ ਨੂੰ ਅਸੀਂ ਕਹਿੰਦੇ ਚੰਗਾ ਫੈਸਲਾ ਹੈ? ਇਹ ਚੰਗਾ ਫੈਸਲਾ ਕਹਿਣਾ ਜ਼ਖਮਾਂ ਤੇ ਨੂਣ ਲਾਉਣਾ ਹੈ ਸਾਰੇ ਪੰਜਾਬ ਦੇ ਲੋਕਾਂ ਦੇ, ਪੰਜਾਬ ਦੇ ਕਿਸਾਨਾਂ ਦੇ। ਤੇ ਮੈਂ ਤਾਂ ਇਸ ਗੱਲ ਤੋਂ ਹੈਰਾਨ ਹੋਈ ਹਾਂ ਕਿ ਕੈਪਟਨ ਸਾਹਿਬ ਦੇ ਮੂੰਹ ਤੋਂ ਤਾਂ ਜਮੇ ਨਹੀਂ ਜੱਚਦੀ ਗੱਲ, ਕਿਉਂਕਿ ਕੈਪਟਨ ਸਾਹਿਬ ਨੇ ਤਾਂ ਵੱਧ ਸਟੇਟਾਂ ਨੂੰ ਵੱਧ ਅਖਤਿਆਰ ਦੇਣ ਦਾ ਇੱਕ ਜਿਹੜਾ ਹੈਗਾ ਰੈਜ਼ੋਲੂਸ਼ਨ ਪਾਸ ਕੀਤਾ ਸੀਗਾ, ਤੇ ਅੱਜ ਕੈਪਟਨ ਸਾਹਿਬ ਆਪਣੇ ਫੈਸਲੇ ਨੂੰ ਕੰਟਰਾਡਿਕਟ ਕਰ ਰਹੇ ਨੇਗੇ। ਔਰ ਮੈਨੂੰ ਨਹੀਂ ਸਮਝ ਲੱਗਦੀ ਵੀ ਕਿਉਂ, ਲੇਕਿਨ ਜਾਂ ਤਾਂ ਕੋਈ ਉਮਰ ਦਾ ਤਕਾਜ਼ਾ ਹੈ ਕਿ ਉਹਦੇ ਵਿੱਚ ਯਾਦਾਸ਼ਤ ਭੁੱਲ ਜਾਂਦੀ ਹੈ, ਰਹਿ ਜਾਂਦੇ ਹੈ। ਤੁਸੀਂ ਤਾਂ ਕਿਹਾ ਕਿ ਵੱਧ ਅਧਿਕਾਰ ਦਿਓ, ਹੁਣ ਤੁਸੀਂ ਕਹਿੰਦੇ ਹੋ ਕਿ ਸੈਂਟਰ ਸਾਰੇ ਅਧਿਕਾਰ ਸੈਂਟਰ ਲੈ ਲਵੇ ਤੇ ਪੰਜਾਬ ਦੇ ਅਧਿਕਾਰ ਖੋਹ ਲਓ। ਅੱਜ ਆਪਾਂ ਇੰਨੀ ਛੇਤੀ ਕਿਸ ਤਰ੍ਹਾਂ ਕਰ ਸਕਦੇ ਆ? ਮੈਨੂੰ ਸਮਝ ਨਹੀਂ ਆਈ। 605 ਵਿੱਚ ਹੈਗੇ ਆ, ਜੇ ਗਲਤੀ ਨਾ ਕਹੇਗੇ ਕੈਪਟਨ ਸਾਹਿਬ ਤਾਂ ਉਹਨਾਂ ਨੂੰ ਵਾਪਸ ਲੈਣਾ ਚਾਹੀਦਾ ਆਪਣੀ ਗੱਲ, ਕਿਉਂਕਿ ਇਹ ਪੰਜਾਬ ਦੇ ਵੱਧ ਅਖਤਿਆਰਾਂ ਦੀ ਹਮਾਇਤ ਕਰਨ ਵਾਲੇ CM ਜਿਹੜੇ ਸਾਡੇ ਰਹੇ ਹੈਗੇ ਨੇ, ਤੇ ਉਸ ਵਕਤ ਵੀ ਇਹ ਪੰਜਾਬੀ ਸੀਗੇ, ਤੇ ਉਹਨੂੰ ਇਹਨਾਂ ਜੂ ਟਰਨ ਕਿਉਂ ਲੈ ਲਈਏ? ਇਹਦੇ ਰੀਜ਼ਨ ਦੱਸਣੇ ਪੈਣਗੇ ਇਹਨਾਂ ਨੂੰ, ਕੀ ਕਾਰਨ ਹੈਗੇ ਆ। ਔਰ ਇਸ BJP ਦੇ ਨਾਲ ਸਾਡਾ ਕੀ ਇਲਾਕਾ ਦੇਖਿਆ ਹੈ? ਜੇ ਇੰਨੇ ਚੰਗੇ ਸੀ, ਕੀ ਇਹਨਾਂ ਨੂੰ ਪੁੱਛ ਕੇ ਲਿਆ ਉਹਨਾਂ ਨੇ ਫੈਸਲਾ? ਕੀ ਇਹਨਾਂ ਨੇ ਰਜਾਮੰਦੀ ਦਿੱਤੀ ਸੀ ਉੱਥੇ ਪਹਿਲਾਂ? ਤੇ ਕੀ ਇਹ ਜੇ ਚਾਹੁੰਦੇ ਸੀ ਤਾਂ ਫਾਇਦੇਮੰਦ ਸੀ, ਸਭ ਕੁਝ ਲਾਹੇਵੰਦ ਹੈ ਪੰਜਾਬ ਦੇ ਹਿੱਤ 'ਚ, ਤਾਂ ਪਹਿਲਾਂ ਕਿਉਂ ਨਹੀਂ ਇਹਨਾਂ ਨੇ ਕਰਾ ਲਿਆ? ਅੱਜ ਕਿਉਂ ਕਹਿੰਦੇ ਚੰਗਾ ਹੈ? ਇਹ ਅੱਜ ਹੀ ਚੰਗਾ ਹੋ ਗਿਆ। ਸੋ ਇਸ ਕਰਕੇ ਮੈਨੂੰ ਇਹ ਬਹੁਤ ਮੰਦਭਾਗਾ ਲੱਗਿਆ। ਇਹ ਜਿਹੀਆਂ ਗੱਲਾਂ ਜਿਹੜੀਆਂ ਹੈਗੀਆਂ ਸਾਨੂੰ ਕਈ ਵਾਰੀ ਹੁੰਦੀਆਂ, ਨਿੱਜੀ ਤੌਰ ਤੇ ਨੁਕਸਾਨ ਵੀ ਹੁੰਦਾ ਬੰਦੇ ਨੂੰ, ਤੇ ਰੰਜਿਸ਼ ਵੀ ਹੁੰਦੀ ਹੈ, ਕਈ ਹੁੰਦੀਆਂ, ਉਹਦੇ ਬੜੇ ਤਰੀਕੇ ਹੋਰ ਹੈਗੇ। ਲੇਕਿਨ ਇੱਕ ਜਨਤਾ ਤੇ ਸਟੇਟ ਤੇ ਆਵਾਮ ਨੂੰ ਉਸ ਦੇ ਕਲਜਾਵੇ 'ਚ ਲੈ ਲੈਣਾ ਆਪਣੇ ਨਿੱਜੀ ਸੱਟ ਨੂੰ ਦੂਰ ਕਰਨ ਵਾਸਤੇ, ਉਹ ਮੰਦਭਾਗਾ ਹੁੰਦਾ ਹੈ।
ਕੈਪਟਨ ਅਮਰਿੰਦਰ ਵੱਲੋਂ ਜਾਂ ਕੇਂਦਰ ਸਰਕਾਰ ਵੱਲੋਂ ਇਹ ਦਲੀਲਾਂ ਬਹੁਤ ਦਿੱਤੀਆਂ ਗਈਆਂ ਵੀ ਬਹੁਤ ਵੱਡੇ ਪੱਧਰ ਤੇ ਹਥਿਆਰ ਆ ਰਹੇ ਹੈ, ਡਰੱਗਸ ਆ ਰਹੇ ਹੈ, ਡਰੋਨਸ ਆ ਰਹੇ ਨੇ, ਪਾਕਿਸਤਾਨ ਮੱਲੋ ਮੱਲੀ ਕੋਸ਼ਿਸ਼ ਜ਼ੋਰ ਲਾ ਰਿਹਾ ਹੈਗਾ ਡੀਸਟੇਬਲਾਈਜ਼ ਕਰਨ ਦੀ ਜਾਂ ਕਹਿ ਲਓ ਅਸ਼ਾਂਤੀ ਫੈਲਾਉਣ ਦੀ ਪੰਜਾਬ 'ਚ, ਤਾਂ ਇਸ ਕਰਕੇ ਫੈਸਲਾ ਲਿੱਤਾ ਗਿਆ ਹੈਗਾ। ਇਹ ਜਿਹੜੇ ਹਥਿਆਰ ਆ ਰਹੇ ਨੇ ਇਹ ਉੱਪਰ ਉੱਡ ਕੇ ਆ ਰਹੇ ਨੇ, ਬਾਰਡਰ ਤੇ ਆ ਰਹੇ ਨੇ ਨਾ। ਇਹਦਾ ਮਤਲਬ ਜਿਹੜੀ ਸਾਡੀ BSF ਬਾਰਡਰ ਤੇ ਨਹੀਂ ਰੋਕ ਸਕੀ ਤੇ ਉਹ ਪੰਜਾਬ ਦੇ ਵਿੱਚੋਂ ਕੀ ਰੋਕਣ ਵਾਸਤੇ ਆਊਗੀ? ਪੰਜਾਬ ਦੇ ਵਿੱਚ ਪੰਜਾਬ ਦੇ ਲੋਕਾਂ ਨੂੰ ਫੜ ਕੇ ਜੇ ਅਸੀਂ ਬਾਰਡਰ ਤਾਂ ਰੋਕ ਨਹੀਂ ਸਕੇ, ਜਿੱਥੋਂ ਆਉਂਦੇ ਆ ਪੰਜਾਬ 'ਚੋਂ ਤਾਂ ਆਉਂਦੇ ਨਹੀਂ, ਬਾਹਰੋਂ ਆਉਂਦੇ ਆ ਨਾ, ਬਾਰਡਰ ਰਾਹੀਂ ਆਉਂਦੇ ਆ। ਤੇ ਜੇ ਸਾਡੀ BSF ਸਾਡੇ ਉੱਥੇ ਬਾਰਡਰ ਦੇ ਉੱਤੇ ਨਹੀਂ ਰੋਕ ਸਕੀ, ਜਿਹਦੇ ਕਰਕੇ ਅੱਗੇ ਆ ਕੇ ਕਹਿੰਦੇ ਵੀ ਇੱਥੋਂ ਤਾਂ ਰੋਕ ਨਹੀਂ ਸਕੇ, ਹੁਣ ਅਸੀਂ ਅੰਦਰ ਜਾ ਕੇ ਰੋਕਾਂਗੇ। ਅੰਦਰ ਤਾਂ ਸਾਡੀ ਬੈਠੀ ਹੈ ਪੁਲਿਸ, ਅਸੀਂ ਰੋਕ ਲਵਾਂਗੇ, ਇੱਥੇ ਦੀ ਚਿੰਤਾ ਕਰਨ ਦੀ ਲੋੜ ਨਹੀਂ। ਉਹ ਆਪਣਾ ਉੱਥੇ ਜਿਹੜੇ ਆ ਰਹੇ ਸੀ ਹਥਿਆਰ ਬਾਰਡਰ ਤੋਂ ਆ ਰਹੇ ਨੇ, ਬਾਰਡਰ ਨੂੰ ਸੀਲ ਕਰਨ ਵਾਸਤੇ ਅਸੀਂ ਕਿਹਾ ਹੈ, ਬਾਰਡਰ ਨੂੰ ਸਟਰੋਂਗ ਕਰਨ ਵਾਸਤੇ ਕਿਹਾ। ਇਹੀ ਕੈਪਟਨ ਸਾਹਿਬ ਨੂੰ ਕਹਿਣਾ ਚਾਹੀਦਾ ਹੈ ਕਿ ਬਾਰਡਰ ਦੇ ਉੱਤੇ, ਇਹਨੂੰ ਪਹਿਲਾਂ ਵੀ ਇਹੀ ਕਹਿਣਾ ਚਾਹੀਦਾ ਸੀ, ਬਾਰਡਰ ਨੂੰ ਸੀਲ ਕਰੋ, ਸਟਰੋਂਗ ਕਰੋ, ਤਕੜਾ ਕਰੋ, ਤਾਂ ਕਿ ਬਾਰਡਰ ਦੇ ਉੱਤੋਂ ਕੋਈ ਵੀ ਹਥਿਆਰ ਆਉਣ ਨਾ। ਹੁਣ ਬਾਰਡਰ ਤੇ ਸਾਡੀ ਪੰਜਾਬ ਪੁਲਿਸ ਤਾਂ ਨਹੀਂ ਬੈਠੀ, ਜੇ ਹਥਿਆਰ ਉੱਧਰੋਂ ਆ ਰਹੇ ਨੇ ਕਿਉਂ ਆ ਰਹੇ ਨੇ, ਕੌਣ ਜ਼ਿੰਮੇਵਾਰ ਹੈ? ਉਹ ਤਾਂ ਬਾਰਡਰ ਵਾਲੇ ਹੀ ਜ਼ਿੰਮੇਵਾਰ ਹੈ ਨਾ, ਜਿਹੜੇ ਬਾਰਡਰ ਤੇ ਬੈਠੇ ਆ, BSF ਦੇ ਬੈਠੇ ਉਹ ਬੈਠੇ ਆ। ਤੇ ਜਿਹੜੇ ਉੱਥੇ ਨਹੀਂ ਰੋਕ ਸਕੇ ਤੇ ਉਹ ਪੰਜਾਬ 'ਚ ਵੜ ਕੇ ਕੀ ਰੋਕ ਲੈਣਗੇ? ਇਹ ਜਿਹੜੀਆਂ ਆਪਾਂ ਨੂੰ ਪਾਵਰਸ ਇਹਨਾਂ ਨੂੰ ਅੱਗੇ ਦੇਤੀਆਂ, ਫੜੋ ਕਰੋ, ਇਹ ਕਿਸੇ ਵੀ ਇਸ ਦੀ ਆੜ ਦੇ ਵਿੱਚ ਮਿਸਯੂਜ਼ ਹੋ ਸਕਦੀ ਹੈ ਪਾਵਰ। ਔਰ ਮੈਂ ਸਮਝਦੀ ਹਾਂ ਮੋਦੀ ਜੀ ਵੀ ਆਪਣੀ ਪਾਵਰ ਮਿਸਯੂਜ਼ ਕਰ ਰਹੇ ਨੇ। ਇਹ ਸਰਕਾਰ ਚਲਾਉਣ, ਆਪਣੇ ਬਾਰਡਰਾਂ ਨੂੰ ਸੁਰੱਖਿਅਤ ਰੱਖਣ, ਬਾਰਡਰਾਂ ਦੇ ਉੱਪਰ, ਬਾਰਡਰਾਂ ਤੱਕ ਲਿਮਟਡ ਨੇ ਉਹ। ਤੇ ਉਹ ਇਸ ਤਰ੍ਹਾਂ ਦੀ ਸਿਆਸਤ ਵਿੱਚ ਸਾਡੀਆਂ ਇਸ ਤਰ੍ਹਾਂ ਦੀਆਂ ਫੋਰਸਿਸ ਨੂੰ ਨਾ ਵਰਤਣ, ਜਿਨ੍ਹਾਂ ਦਾ ਅਸੀਂ ਹਮੇਸ਼ਾ ਸਨਮਾਨ ਕੀਤਾ ਹੈ, ਜਿਹੜੇ ਸਾਨੂੰ ਬਾਰਡਰ ਤੇ ਰੱਖਿਆ ਦਿੰਦੇ ਆ, ਆਪਣੀਆਂ ਜਾਨਾਂ ਦੀਆਂ ਅਹੂਤੀਆਂ ਦਿੰਦੇ ਆ। ਅੱਜ ਉਹਨਾਂ ਨੂੰ ਆਪਣੇ ਇਸ ਤਰ੍ਹਾਂ ਦੀ ਗੰਦੀ ਗੇਮ ਵਿੱਚ ਨਾ ਇਨਵੋਲਵ ਕਰਨ, ਜਿਹਦੇ ਵਿੱਚ ਮਕਸਦ ਹੋ ਰਿਹਾ, ਇੰਟਰਸਟ ਹੋ ਰਿਹਾ। ਇਹ ਹਾਰੀ ਵੀ ਬਾਜੀ ਹੈ BJP ਦੀ, ਸਰੈਂਡਰ ਕਰ ਲੈਣਾ ਚਾਹੀਦਾ ਹੈ। ਮੋਦੀ ਸਾਹਿਬ ਨੂੰ ਛੱਡ ਦੇਣਾ ਚਾਹੀਦਾ ਆਪਣਾ ਇਹ ਆਪਣਾ ਰਾਜ ਭਾਗ ਜਿਹੜਾ ਹੈਗਾ, ਕਿਉਂਕਿ ਇਹ ਹਰ ਕਦਮ ਦੇ ਉੱਤੇ ਇਹਨਾਂ ਨੇ ਦੁਸ਼ਮਣੀ ਕਮਾਈ ਹੈਗੀ ਹੈ ਦੇਸ਼ ਦੇ ਨਾਲ ਤੇ ਪੰਜਾਬ ਦੇ ਨਾਲ। ਪੰਜਾਬ ਦਾ ਬਦਲਾ ਲੈਂਦੇ ਆ। ਕੋਈ ਵੀ ਪੰਜਾਬੀ ਜੋ ਕਹਾਉਂਦਾ ਹੈ ਜਾਂ ਪੰਜਾਬ ਦਾ ਹਮੈਤੀ ਹੈ, ਉਹ BJP ਦੀ ਹਮਾਇਤ ਜਾਂ ਕਿਸੇ ਵੀ BJP ਦੇ ਐਕਸ਼ਨ ਦੀ ਸਪੋਰਟ ਨਹੀਂ ਕਰੂਗਾ ਜੇ ਉਹ ਸੱਚਮੁੱਚ ਲੋਕਾਂ ਦਾ ਹਤੈਸ਼ੀ ਹੈਗਾ ਪੰਜਾਬ ਦਾ, ਚਾਹੇ ਉਹ ਕਿਸਾਨ ਜਥੇਬੰਦੀਆਂ, ਚਾਹੇ ਉਹ ਸਾਡੀ ਪੰਜਾਬ ਦੀ ਜਨਤਾ ਹੈ। ਤੇ ਉਹਨਾਂ ਦਾ BJP ਦੀ ਸਪੋਰਟ ਕਰਨ ਵਾਲਾ ਜਿਹੜਾ ਇਨਸਾਨ ਹੈ, ਉਹ ਆਪਣਾ ਪੰਜਾਬ ਦਾ ਹਤੈਸ਼ੀ ਨਹੀਂ ਹੋ ਸਕਦਾ, ਪੰਜਾਬ ਦੇ ਕਿਸਾਨ ਮੋਰਚਾ ਦਾ ਹਤੈਸ਼ੀ ਨਹੀਂ ਹੋ ਸਕਦਾ। ਉਹ ਕਿਸੇ ਨਾ ਕਿਸੇ ਤਰੀਕੇ ਨਾਲ, ਕਿਉਂਕਿ BJP ਵਾਲੇ ਤਾਂ ਸਪੋਰਟ ਕਰਨ, ਤਾਰੀਫ ਕਰਨ, ਲੇਕਿਨ ਨੌਨ BJP ਅੱਜ ਜਿਹੜੇ ਅਸੀਂ ਸਮਝਦੇ ਰਹੇ ਹਾਂ ਕਿ ਕਾਂਗਰਸ ਪਾਰਟੀ ਦੇ ਵਿੱਚ ਰਹਿ ਕੇ ਸਾਰਾ ਕੁਝ ਬੈਠ ਕੇ ਜ਼ਿੰਮੇਵਾਰੀ ਨਿਭਾਉਂਦੇ ਰਹੇ ਹੈ, ਅਸੀਂ ਉਹਨਾਂ ਦੇ ਜਿਹੜੇ ਕਈ ਚੰਗੇ ਫੈਸਲੇ ਸੀ ਉਹ ਤਾਰੀਫ ਹੀ ਕਰਦੇ ਰਹੇ ਹਾਂ ਪਿੱਛੇ। ਲੇਕਿਨ ਅੱਜ ਕੀ ਹੋ ਗਿਆ? ਅੱਜ ਕੀ ਚੇਂਜ ਆ ਗਈ ਹੈ? ਜੇ ਆਪਾਂ ਨੂੰ ਥੋੜਾ ਮੋਟਾ ਗੁੱਸਾ ਹੈ, ਕੁਝ ਗਿੱਲਾ ਕਿ ਮੈਂ ਤੋਂ ਉਹਦਾ ਕੋਈ ਲਿਆ ਗਿਆ ਹੈ, ਸਾਡੇ ਵੱਲ ਦੇਖਣ। ਇਹ ਕਾਂਗਰਸ ਹੈ, ਹਮੇਸ਼ਾ ਅਸੀਂ ਨਹੀਂ ਬੈਠੇ ਰਹਿਣਾ। ਹਰ ਇੱਕ ਦਾ ਵਕਤ ਆਉਂਦਾ, ਹਰ ਇੱਕ ਨੇ ਕੰਮ ਕਰਨਾ ਹੈ। ਸਾਡੇ ਨੌਜਵਾਨ ਅੱਗੇ ਆਏ ਆ ਕੰਮ ਕਰਨ, ਸਾਨੂੰ ਤਾਂ ਉਹਨਾਂ ਦੇ ਮੁੱਢੇ ਤੇ ਹੱਥ ਰੱਖਣੇ ਚਾਹੀਦੇ ਆ। ਇਸ ਕਰਕੇ ਸਾਨੂੰ ਇੰਨਾ ਗੁੱਸਾ ਨਹੀਂ ਕੱਢਣਾ ਚਾਹੀਦਾ ਕਿ ਅਸੀਂ ਆਪਣੇ ਲੋਕਾਂ ਦੇ ਖਿਲਾਫ ਹੋ ਜਾਈਏ। ਮੈਂ 2012 ਤੋਂ ਮੈਨੂੰ ਪਾਰਟੀ ਨੇ ਮੈਥੋਂ ਜ਼ਿੰਮੇਵਾਰੀ ਕਿਸੇ ਹੋਰ ਨੂੰ ਦਿੱਤੀ, ਮੈਂ ਖਿੜੇ ਮੱਥੇ ਜ਼ਿੰਮੇਵਾਰੀ ਦਿੱਤੀ ਉਹਨਾਂ ਨੂੰ, ਮੈਂ ਅੱਜ ਵੀ ਉੱਥੇ ਖੜੀ ਹੈਗੀ ਹਾਂ। ਇਸ ਕਰਕੇ ਸਾਨੂੰ ਇਸ ਤਰ੍ਹਾਂ ਦੀਆਂ ਗੱਲਾਂ ਨਹੀਂ ਕਰਨੀਆਂ ਚਾਹੀਦੀਆਂ ਜਿਹਦੇ ਨਾਲ ਸਾਡੇ ਪੰਜਾਬ ਦੇ ਇਹ ਅੰਦੋਲਨ ਦਾ, ਪੰਜਾਬ ਦੇ ਹਾਲਾਤ ਦਾ, ਜਿਹਦੇ ਨਾਲ ਸਾਡੇ ਹਾਲਾਤ ਖਰਾਬ ਹੋ ਸਕਦੇ ਆ, ਪੰਜਾਬ ਦੇ ਵਿਗੜ ਸਕਦੇ ਆ, ਔਰ ਇਹ ਸਾਡੀਆਂ ਫੋਰਸਿਸ ਦਾ ਮਨੋਬਲ ਡਿੱਗ ਸਕਦਾ। ਇਹਨਾਂ ਨੂੰ ਸੱਟ ਨਹੀਂ ਮਾਰਨੀ ਚਾਹੀਦੀ। BJP ਤਾਂ ਚਾਲ ਹੋ ਸਕਦੀ ਹੈ, BJP ਤੋਂ ਅਸੀਂ ਐਕਸਪੈਕਟ ਕਰਦੇ ਹਾਂ, ਮੈਂ ਕੈਪਟਨ ਸਾਹਿਬ ਤੋਂ ਐਕਸਪੈਕਟ ਨਹੀਂ ਕਰਦੀ ਇਸ ਤਰ੍ਹਾਂ ਦੀ ਗੱਲ। BJP ਤੋਂ ਕਰਦੇ ਆ ਕਿਉਂਕਿ ਉਹਨਾਂ ਨੇ ਹਮੇਸ਼ਾ ਹੀ ਆਪਣੀ ਕੁਰਸੀ ਸੋਚੀ ਹੈਗੀ ਹੈ, ਉਹਨਾਂ ਨੇ ਹਮੇਸ਼ਾ ਹੀ ਆਪਣਾ ਧੱਕਾ ਕੀਤਾ ਹੈਗਾ। ਜਿਵੇਂ ਹੁਣ ਇੱਥੇ ਕਹਿੰਦੇ ਆ, ਇੱਥੇ ਸਾਡੀ ਸਰਕਾਰ ਨੇ ਕੋਈ ਰਿਕਮੈਂਡ ਨਹੀਂ ਕੀਤਾ ਕਿ ਸਾਨੂੰ 50-50 ਕਿਲੋਮੀਟਰ ਵਧਾ ਦਿਓ। ਇਵੇਂ ਜਿਵੇਂ ਸਾਡੀਆਂ ਕਿਸਾਨ ਜਥੇਬੰਦੀਆਂ ਵਿੱਚ ਕਿਸੇ ਜਥੇਬੰਦੀਆਂ ਨੇ ਕੋਈ ਡਿਮਾਂਡ ਨਹੀਂ ਸੀ ਕੀਤੀ ਕਿ ਸਾਡੇ ਤੇ 3 ਕਾਲੇ ਕਾਨੂੰਨ ਲਾਗੂ ਕਰ ਦਿਓ। ਡਿਕਟੇਟਰਾਨਾ ਤੌਰ ਤੇ ਚਲਾ ਰਹੇ ਨੇ ਹਿੰਦੁਸਤਾਨ ਦੀ ਡੈਮੋਕ੍ਰੈਟਿਕ ਗਵਰਨਮੈਂਟ ਨੂੰ, ਉਹ ਫੇਲ ਹੋਏ ਨੇ। ਉਹਨਾਂ ਸੰਵਿਧਾਨਕ ਤੌਰ ਤੇ ਉਹਨਾਂ ਤੋਂ ਹੱਕ ਖੋਹ ਲੈਣਾ ਚਾਹੀਦਾ ਹੈ। ਰਾਸ਼ਟਰਪਤੀ ਜੀ ਨੂੰ ਉਹਨਾਂ ਨੂੰ ਛੁੱਟੀ ਕਰ ਦੇਣੀ ਚਾਹੀਦੀ ਹੈ ਇਸ ਸਰਕਾਰ ਦੀ। ਤੁਹਾਨੂੰ ਲੱਗਦਾ ਵੀ ਕੈਪਟਨ ਅਮਰਿੰਦਰ ਸਿੰਘ ਵੀ ਆਪਣੀ ਫਿਰ ਤੋਂ CMਸ਼ਿਪ ਵਾਸਤੇ ਇਹ ਗੱਲਾਂ ਕਰ ਰਹੇ ਨੇ, BJP ਦੀ ਹਮਾਇਤ ਕਰ ਰਹੇ ਕਿ ਉਹ ਚਾਹੁੰਦੇ ਨੇ ਫਿਰ ਤੋਂ ਪਾਵਰ ਚ ਆਵਾਂ, ਇਸ ਕਰਕੇ ਵੀ BJP ਨੂੰ ਬੈਕ ਕਰੇ, ਤਾਂ ਕਰਕੇ ਤੁਹਾਨੂੰ ਲੱਗਦਾ ਵੀ ਉਹ ਇਸ ਕਰਕੇ ਕਰ ਰਹੇ ਨੇ ਸਾਰਾ ਕੁਝ? ਦੇਖੋ BJP ਕਿਹੜੀ ਪੌੜੀ ਯੂਜ਼ ਕਰਦੀ ਹੈ, ਵਰਤਦੀ ਹੈ ਆਪਣੀ ਗੇਮ ਵਾਸਤੇ, ਤਾਂ ਵਰਤਦੇ ਸੁੱਟ ਦਿੰਦੇ ਹੈਗੇ ਆ। ਲੇਕਿਨ CMਸ਼ਿਪ ਲੈਣ ਵਾਸਤੇ ਮੈਂ ਨਹੀਂ ਸਮਝਦੀ ਕਿ ਜਿਹੜਾ ਆਪਣਾ ਐਡਾ ਆਪਣੇ ਫੌਜ ਦੇ ਵਿੱਚ ਕਹਿੰਦੇ ਸੇਵਾ ਕੀਤੀ ਹੈ, ਦੇਸ਼ ਦੇ ਹਿਤੈਸ਼ੀ ਰਹੇ ਹੋਣ, ਤੇ ਪੰਜਾਬ ਦੇ ਵਿੱਚ ਕਹਿੰਦੇ ਵੱਧ ਅਧਿਕਾਰ ਦਿਓ, ਤੇ ਪੰਜਾਬ ਦੇ ਹੋਰ ਮਾਮਲਿਆਂ ਦੇ ਵਿੱਚ ਕਹਿੰਦੇ ਪੰਜਾਬ ਹਿਤੈਸ਼ੀ ਹੋਣ ਦਾ, ਉਹ ਆਪਣੀ CMਸ਼ਿਪ ਪਿੱਛੇ ਇਹੋ ਜਿਹਾ ਕੋਈ ਸਸਤਾ ਸੌਦਾ ਕਰ ਸਕਦੇ ਨੇ ਜਿਹਦੇ ਨਾਲ ਉਹਨਾਂ ਦੀ ਵਿਅਕਤੀਗਤ, ਉਹਨਾਂ ਦੇ ਕਰੈਕਟਰ ਦੇ ਉੱਤੇ ਉਂਗਲਾਂ ਉੱਠ ਕੇ ਸਾਰੇ ਲੋਕ ਇਹ ਸੋਚਦੇ ਹੋਣ ਕਿ ਇਹ ਸਾਡੇ ਖਿਲਾਫ ਕਿਉਂ ਹੋ ਗਏ ਨੇ, BJP ਦੇ ਹਮਾਇਤੀ ਕਿਉਂ ਹੋ ਗਏ ਨੇ, BJP ਦੇ ਤਾਰੀਫ ਕਿਉਂ ਕਰ ਰਹੇ ਨੇਗੇ। ਸੋ ਇਸ ਕਾਰਨ ਕਰਕੇ ਇਹ ਤਾਂ ਬਹੁਤ ਛੋਟੀ ਚੀਜ਼ ਹੈ। ਮਿਨਿਸਟਰੀਆਂ, ਚੀਫ ਮਿਨਿਸਟਰੀਆਂ ਕੀ ਤਾਂ ਹੋ ਜਾਂਦੀਆਂ ਰਹਿੰਦੀਆਂ, ਲੇਕਿਨ ਹਿਸਟਰੀ ਦੇ ਵਿੱਚ ਇੱਕ ਜਿਹੜੀ ਗੱਲ ਲਿਖੀ ਜਾਣੀ ਹੈ, ਤੁਹਾਡਾ ਰੋਲ ਲਿਖਿਆ ਜਾਣਾ ਹੈ, ਉਹਦੇ ਵਿੱਚ ਜਨਰੇਸ਼ਨਾਂ ਨੇ ਕਦੇ ਕਿਸੇ ਵੀ ਲੀਡਰ ਨੂੰ ਜਿਹੜਾ ਕੋਈ ਇਸ ਤਰ੍ਹਾਂ ਦੀ ਗੱਲ ਕਰੂ ਉਹਨੂੰ ਮਾਫ ਨਹੀਂ ਕਰਨਾ। ਤੇ ਮੈਂ ਸਮਝਦੀ ਹਾਂ ਕਿ ਕੈਪਟਨ ਸਾਹਿਬ ਨੂੰ ਵੀ ਜੇ ਕਿਸੇ
ਕਿਹਾ ਹੈ ਜਾਂ ਕਿਸ ਤਰ੍ਹਾਂ ਜਾਂ ਸੁਣਿਆ ਮੈਂ ਕਿਹਾ, ਲੇਕਿਨ ਉਹਦਾ ਕੰਟਰਾਡਿਕਸ਼ਨ ਕਰਨੀ ਚਾਹੀਦੀ ਹੈ। ਉਹਨਾਂ ਨੂੰ ਬਿਲਕੁਲ ਤੌਰ ਤੇ ਆਪਣੀ ਉਸ ਗੱਲ ਦੇ ਉੱਤੇ ਪਹਿਰਾ ਦੇਣਾ ਚਾਹੀਦਾ ਹੈ ਜਿਹੜੇ ਵੱਧ ਅਧਿਕਾਰਾਂ ਦੀ ਉਹ ਵਕਾਲਤ ਕਰਦੇ ਆਏ ਨੇ ਹੁਣ ਸਮੇਂ, ਤੇ ਉਹ ਵੱਧ ਅਧਿਕਾਰਾਂ ਦੀ ਵਕਾਲਤ ਕਰਦੇ, ਉਹਨਾਂ ਨੂੰ ਨਿੰਦਿਆ ਕਰਨੀ ਚਾਹੀਦੀ ਹੈ ਬੀਜੇਪੀ ਦੇ ਇਸ ਫੈਸਲੇ ਦੀ ਵੀ, ਔਰ ਬੀਜੇਪੀ ਨੇ ਜਿਹੜੇ ਤਿੰਨੇ ਕਾਨੂੰਨ ਜਿਹੜੇ ਸਾਡੇ ਤੇ ਠੋਸੇ ਹੈ ਉਹਨਾਂ ਦੀ ਵੀ ਇਹ ਸਾਰੀ ਨਿੰਦਿਆ ਕਰਨੀ ਚਾਹੀਦੀ ਹੈ। ਬੀਜੇਪੀ ਦੀ ਡਟ ਕੇ ਪੰਜਾਬ ਦੇ ਨਾਲ ਖੜਨਾ ਚਾਹੀਦਾ ਹੈ। ਸਮਾਂ ਕਈ ਵਾਰੀ ਇਮਤਿਹਾਨ ਲੈਂਦਾ ਹੁੰਦਾ ਹੈ ਤੇ ਮੌਕੇ ਮਿਲਦੇ ਹੁੰਦੇ, ਸਾਨੂੰ ਨਿੱਕੀ ਮੋਟੀ ਚੀਜ਼ ਆਪਦੀ ਨਿੱਜੀ ਲੋੜ ਵਾਸਤੇ ਸਾਨੂੰ ਆਪਣਾ ਵੱਡੇ ਹਿੱਤ ਨਹੀਂ ਤਿਆਗਣੇ ਚਾਹੀਦੇ। ਉਹ ਵੱਡੇ ਬੰਦੇ ਨੇ, ਵੱਡੀ ਸੋਚ ਰੱਖਣੀ ਚਾਹੀਦੀ ਹੈ, ਵੱਡੇ ਤੌਰ ਤੇ ਚੱਲਣਾ ਚਾਹੀਦਾ ਹੈ। ਪੰਜਾਬ ਸਰਕਾਰ ਨੂੰ ਜਾਂ ਪੰਜਾਬ ਜਿਹੜੀ ਸਿਆਸੀ ਪਾਰਟੀ ਉਹਨਾਂ ਨੂੰ ਹੁਣ ਕੀ ਕਰਨਾ ਚਾਹੀਦਾ? ਕਿਉਂਕਿ ਪੰਜਾਬ ਦੀ ਜੋ ਕਿਹਾ ਜਾ ਰਿਹਾ ਹੈ ਤੱਕ ਜਾਂ ਜੋ ਦੱਸਿਆ ਜਾ ਰਿਹਾ ਵੀ ਰਾਇਤਾ ਲਿੱਤੀ ਨਹੀਂ ਗਈ, ਸਿੱਧਾ ਨੋਟੀਫਿਕੇਸ਼ਨ ਕੀਤੀ ਗਈ ਹੈ, ਤੇ ਪੰਜਾਬ ਵਾਸਤੇ ਜਿਵੇਂ ਸਾਰੇ ਸਿਆਸੀ ਲੀਡਰ ਪਾਰਟੀਆਂ ਕਹਿ ਰਹੇ ਬਹੁਤ ਮੰਦਭਾਗਾ ਫੈਸਲਾ ਹੈ, ਇਹਦੇ ਜਿਹੜੇ ਰਿਜ਼ਲਟ ਹੈ ਉਹ ਮਾੜੇ ਹੋਣਗੇ, ਸਿੱਟੇ ਮਾੜੇ ਹੋਣਗੇ, ਤਾਂ ਕੀ ਕਰਨਾ ਚਾਹੀਦਾ ਹੁਣ ਪੰਜਾਬ ਦੇ ਸਿਆਸਤਦਾਨਾਂ? ਦੇਖੋ, ਅੱਜ ਤੱਕ ਸਾਡੇ ਪੰਜਾਬ ਦਾ ਕਿ ਸਾਡੇ ਦੇਸ਼ ਦਾ ਇਤਿਹਾਸ ਕਹਿੰਦਾ ਹੈ ਬਹੁਤ ਵੱਡੀਆਂ ਤੋਂ ਵੱਡੀਆਂ ਮਾਰਾਂ, ਜਿਵੇਂ ਮੈਂ ਕਿਹਾ ਈਸਟ ਇੰਡੀਆ ਕੰਪਨੀ ਬਣਾ ਕੇ ਸਾਡੇ 'ਚ ਆ ਗਏ ਸੀ ਈਸਟ ਇੰਡੀਆ ਕੰਪਨੀ ਦੇ ਰਾਹੀਂ, ਤੇ ਉਹਨਾਂ ਨੂੰ ਕੱਢਣਾ ਪਿਆ। ਠੀਕ ਹੈ, ਬਹੁਤ ਜੱਦੋ-ਜਹਿਦ, ਬਹੁਤ ਨੁਕਸਾਨ, ਬੜੇ ਜਾਨੀ ਮਾਲੀ ਗਏ, ਬਹੁਤ ਭਾਰੀ ਪੈਂਦਾ ਹੈ, ਕੁਝ ਲੋਕਾਂ ਦੀ ਖੁਦਗਰਜੀ ਦੇ ਕਰਕੇ ਇੰਨਾ ਕੁਝ ਬਰਦਾਸ਼ਤ ਕਰਨਾ ਪੈਂਦਾ ਹੈ। ਲੇਕਿਨ ਪੰਜਾਬ ਨੇ ਜੇ ਹੋਰੇ ਅੰਗਰੇਜ਼ਾਂ ਨੂੰ ਤੋਂ ਬਾਹਰ ਕੱਢਿਆ ਤੇ ਕਾਲੇ ਅੰਗਰੇਜ਼ਾਂ ਨੂੰ ਵੀ ਪੰਜਾਬ ਸਾਡਾ ਜਿਹੜਾ ਹੈਗਾ, ਜਾਂ ਕਿਸਾਨ ਅੰਦੋਲਨ ਦੇ ਵਿੱਚ ਇਹਨਾਂ ਦੇ ਕਾਲੇ ਕਾਨੂੰਨ ਦੇ ਖਿਲਾਫ ਦੇਸ਼ ਦੁਨੀਆ ਵਿੱਚ ਇਹਨਾਂ ਨੂੰ ਫਿੱਟ ਲਾਹਣਤ ਮਿਲੀ ਹੈ ਬੀਜੇਪੀ ਨੂੰ, ਮੋਦੀ ਨੂੰ, ਅਮਿਤ ਸ਼ਾਹ ਨੂੰ। ਤੇ ਇਸ ਮਾਮਲੇ ਵਿੱਚ ਵੀ ਸਾਰੇ ਇਹਦੇ ਵਿੱਚ ਇਹ ਸਾਡਾ ਸੀਗਾ ਐਟਮੋਸਫੀਅਰ ਹੈ ਜਾਂ ਪੈਦਾ ਹੋ ਕੇ ਸਾਨੂੰ ਡਟ ਕੇ ਲੜਨਾ ਚਾਹੀਦਾ ਪੰਜਾਬ ਦੇ ਹਿੱਤਾਂ ਵਾਸਤੇ। ਬੈਠ ਕੇ ਸਾਰਿਆਂ ਨਾਲ ਵਿਚਾਰ ਕਰਨਾ ਚਾਹੀਦਾ, ਆਲ ਪਾਰਟੀ ਮੀਟਿੰਗ ਹੋਣੀ ਚਾਹੀਦੀ ਹੈ, ਉਹਦੇ ਮੁਤਾਬਕ ਦੇਖ ਕੇ ਕੁਝ ਵੀ ਜਿਸ ਤਰੀਕੇ ਨਾਲ ਜਾਇਜ਼ ਸਾਥ ਕੁਰਬਾਨੀਆਂ ਕਰਨ ਦੀ ਲੋੜ, ਕੁਰਬਾਨੀਆਂ ਕਰਨ ਵਾਲੇ ਬਹੁਤ ਬੈਠੇ ਹੈਗੇ ਨੇ, ਲੇਕਿਨ ਇਹ ਲਾਗੂ ਨਹੀਂ ਹੋਣ ਦੇਣਾ ਚਾਹੀਦਾ, ਕਿਉਂਕਿ ਇਹ ਤਾਂ ਜਿਵੇਂ ਟੈਰੀਟਰੀ ਬਣਾਉਣਾ ਚਾਹੁੰਦੇ ਆ, ਜਿਵੇਂ ਜੰਮੂ ਐਂਡ ਕਸ਼ਮੀਰ 'ਚ ਬਣਾਈ ਹੈ, ਆਪਦਾ ਕਬਜ਼ਾ ਕਰਨਾ ਚਾਹੁੰਦੇ ਆ, ਭੁੱਖ ਹੈ ਕਬਜ਼ੇ ਦੀ ਮੋਦੀ ਸਾਹਿਬ ਨੂੰ। ਸੋ ਇਸ ਕਾਰਨ ਕਰਕੇ ਇਹਦੇ ਜਿਹੜਾ ਮੈਂ ਸਮਝਦੇ ਹਾਂ ਕਿ ਨਾ ਪੰਜਾਬ ਦੇ ਹਿੱਤ 'ਚ ਹੈ ਨਾ ਦੇਸ਼ ਦੇ ਹਿੱਤ 'ਚ ਹੈ, ਸਿਰਫ ਮੋਦੀ ਸਾਹਿਬ ਦੇ ਹਿੱਤ 'ਚ ਹੈ। ਇਹਦੇ ਵਾਸਤੇ ਤਕੜੀ ਲੜਾਈ ਸਾਨੂੰ ਇਕੱਠੇ ਹੋ ਕੇ ਲੜਨੀ ਚਾਹੀਦੀ ਹੈ, ਔਰ ਪੂਰੀ ਤਰ੍ਹਾਂ ਨਾਲ ਜਿਹੜਾ ਵੀ ਹੀਲਾ ਵਸੀਲਾ ਨਿਕਲਦਾ ਸਿਆਣੇ ਲੋਕਾਂ ਨੂੰ ਬੈਠ ਕੇ ਤਜਵੀਜ਼ ਕਰਕੇ ਪਲਾਨ ਕਰਕੇ ਕਰਨਾ ਚਾਹੀਦਾ ਹੈ। ਅਦਰਵਾਈਜ਼ ਪੰਜਾਬ ਖਤਮ ਹੋ ਜਾਊਗਾ, ਟੁੱਟ ਜਾਊਗਾ, ਔਰ ਇਹ ਕਲੰਕ ਮੋਦੀ ਸਾਹਿਬ ਤੇ ਬੀਜੇਪੀ ਦੇ ਮੱਥੇ ਤਾਂ ਲੱਗਣਾ ਹੀ ਲੱਗਣਾ ਹੈ। ਜਿਹੜਾ ਕੋਈ ਉਹਨਾਂ ਦੀ ਹਮਾਇਤ ਕਰੂ ਉਹਦੇ ਮੱਥੇ ਤੇ ਵੀ ਲੱਗ ਹੀ ਜਾਣਾ ਕਲੰਕ। ਬਹੁਤ ਬਹੁਤ ਧੰਨਵਾਦ ਪ੍ਰੋ ਪੰਜਾਬ ਟੀਮ ਨਾਲ ਜੁੜਨ ਵਾਸਤੇ। ਇਹ ਸੀਗੇ ਪੰਜਾਬ ਦੇ ਸਾਬਕਾ ਸੀਐਮ ਬੀਬੀ ਰਜਿੰਦਰ ਕੌਰ ਭੱਠਲ, ਜਿਨ੍ਹਾਂ ਨੇ ਬੜੇ ਸਿੱਧੇ ਲਫ਼ਜ਼ਾਂ 'ਚ ਕਿਹਾ ਹੈਗਾ ਵੀ ਬੀਜੇਪੀ ਤੇ ਇਹ ਕਲੰਕ ਤਾਂ ਲੱਗੂਗਾ ਹੀ ਲੱਗੂਗਾ, ਕਿਉਂਕਿ ਪੰਜਾਬ 'ਚੋਂ ਇੱਕ ਵਾਰ ਫਿਰ ਤੋਂ ਆਪਦਾ ਨਿਰਣੇ ਠੋਸ ਰਹੇ ਨੇ, ਥੋਪ ਰਹੇ ਨੇ, ਧੱਕਾ ਕਰ ਰਹੇ ਨੇ, ਤੇ ਨਾਲ ਜਿਹੜਾ ਬੰਦਾ ਉਹਨਾਂ ਦੀ ਹਮਾਇਤ ਕਰੂਗਾ, ਉਹਨਾਂ ਦਾ ਇਸ਼ਾਰਾ ਸਾਫ਼ ਤੌਰ ਤੇ ਕੈਪਟਨ ਅਮਰਿੰਦਰ ਸਿੰਘ ਵੱਲ ਸੀਗਾ, ਜਿਨ੍ਹਾਂ ਨੇ ਇਸ ਨਵੇਂ ਜਿਹੜੀ ਨੋਟੀਫਿਕੇਸ਼ਨ ਹੋਈ ਆ ਉਹਦੀ ਹਮਾਇਤ ਕੀਤੀ, ਉਹਦੀ ਸ਼ਲਾਘਾ ਕੀਤੀ ਹੈ ਵੀ ਇਹ ਪੰਜਾਬ ਵਾਸਤੇ ਬਹੁਤ ਵਧੀਆ ਰਹੂਗਾ ਇਹ ਫੈਸਲਾ। ਤਾਂ ਉਹਨਾਂ ਨੇ ਉਹਨਾਂ ਤੇ ਵੀ ਨਿਸ਼ਾਨਾ ਸਾਧਿਆ ਤੇ ਕਿਹਾ ਵੀ ਉਹਨਾਂ ਨੂੰ ਇਹ ਗੱਲ ਨਹੀਂ ਕਰਨੀ ਚਾਹੀਦੀ, ਫਿਰ ਤੋਂ ਆਪਣੇ ਬਿਆਨ ਵਾਪਸ ਲੈਣੇ ਚਾਹੀਦੇ, ਸੋਚਣਾ ਚਾਹੀਦਾ ਤੇ ਪੰਜਾਬ ਦੇ ਹਿੱਤਾਂ ਬਾਰੇ ਖਿਆਲ ਕਰਨਾ ਚਾਹੀਦਾ। ਚੰਡੀਗੜ੍ਹ ਤੋਂ ਕੈਮਰਾਮੈਨ ਸ਼ਮਸ਼ੀਰ ਸਿੰਘ ਸ਼ਹਿਜ਼ਾਦ ਨਾਲ ਮੈਂ ਸ਼ੁਭਕਰਮਨ ਧਾਲੀਵਾਲ, ਪ੍ਰੋ ਪੰਜਾਬ ਟੀਵੀ।